ਅੱਜ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਰਾਂਗੇ। ਇਹ ਬੀਰਕਾਵੀ ਵਿੱਚ ਕਰਾਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ ਨੂੰ ਹੋਇਆ ਸੀ। 22 ਦਸੰਬਰ 1666 ਈੜੀ ਨੂੰ ਪਟਨਾ ਵਿੱਚ ਹੋਇਆ ਸੀ। ਪਟਨਾ ਅੱਜ ਕੱਲ ਬਿਹਾਰ ਵਿੱਚ ਹੈਗਾ। ਇਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਸਨ ਤੇ ਮਾਤਾ ਗੁਜਰੀ ਜੀ ਸੀ। ਤੇ ਇਹਨਾਂ ਦੇ ਬਚਪਨ ਦਾ ਨਾਂ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਸੀ। ਇਹਨਾਂ ਦੇ ਜਨਮ ਤੇ ਮੁਸਲਮਾਨ ਫਕੀਰ ਭੀਖਣ ਦਾਸ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬੱਚਾ ਵੱਡਾ ਹੋ ਕੇ ਮਹਾਪੁਰਸ਼ ਬਣੇਗਾ ਤੇ ਭਵਿੱਖਬਾਣੀ ਸੱਚ ਸਿੱਧ ਹੋਈ। ਬਚਪਨ ਦੇ 6 ਸਾਲ ਗੋਬਿੰਦ ਦਾਸ ਨੇ ਪਟਨਾ ਵਿੱਚ ਹੀ ਗੁਜ਼ਾਰੇ ਸੀਗੇ ਤੇ ਇੱਥੇ ਰਹਿ ਕੇ ਹੀ ਇਹ ਬੱਚਿਆਂ ਦੀਆਂ ਫੌਜਾਂ ਬਣਾ ਕੇ ਉਹਨਾਂ ਦਾ ਫੈਸਲਾ ਕਰਦੇ ਸਨ ਤੇ ਇਸ ਤਰ੍ਹਾਂ ਆਪ ਨੀਡਰਤਾ ਦਾ ਪ੍ਰਤੀਕ ਦਿੱਤਾ ਸੀ। ਤੇ ਬਚਪਨ ਵਿੱਚ ਇਹਨਾਂ ਦੀ ਸਰਪ੍ਰਸਤੀ ਇਹਨਾਂ ਦੇ ਮਾਮਾ ਕਿਰਪਾਲ ਚੰਦ ਨੇ ਕੀਤੀ ਸੀ। ਜਿਸ ਤਰ੍ਹਾਂ ਅਕਬਰ ਦੀ ਸਰਪ੍ਰਸਤੀ ਨਾਬਾਲਗ ਅਵਸਥਾ ਵਿੱਚ ਬੈਰਮ ਖਾਨ ਨੇ ਕੀਤੀ ਸੀ, ਇਸੇ ਤਰ੍ਹਾਂ ਗੋਬਿੰਦ ਦਾਸ ਦੀ ਸਰਪ੍ਰਸਤੀ ਵੀ ਕਿਰਪਾਲ ਚੰਦ ਨੇ ਕੀਤੀ ਸੀ। 1672 ਈੜੀ ਵਿੱਚ 6 ਸਾਲ ਪਟਨਾ ਵਿੱਚ ਗੁਜ਼ਾਰਨ ਤੋਂ ਬਾਅਦ 1672 ਈਸਵੀ ਵਿੱਚ ਆਪ ਆਨੰਦਪੁਰ ਸਾਹਿਬ ਆ ਗਏ। ਆਨੰਦਪੁਰ ਸਾਹਿਬ ਨੂੰ ਕੀ ਕਿਹਾ ਜਾਂਦਾ ਸੀ? ਆਨੰਦਪੁਰ ਸਾਹਿਬ ਨੂੰ ਚੱਕ ਨਾਨਕੀ ਤੇ ਮਾਖੋਵਾਲ ਵੀ ਕਿਹਾ ਜਾਂਦਾ ਸੀ। ਆਨੰਦਪੁਰ ਸਾਹਿਬ ਸਤਲੁਜ ਨਦੀ ਦੇ ਕੰਢੇ ਹੈਗਾ। ਇਸ ਤੋਂ ਇਲਾਵਾ ਕੀਰਤਪੁਰ ਹੈਗਾ ਜਿਹੜਾ ਉਹ ਵੀ ਸਤਲੁਜ ਨਦੀ ਦੇ ਕੰਢੇ ਤੇ ਹੈਗਾ। ਖੰਡੂਰ ਸਾਹਿਬ, ਗੋਇੰਦਵਾਲ ਤੇ ਹਰਗੋਬਿੰਦਪੁਰ ਇਹ ਬਿਆਸ ਨਦੀ ਦੇ ਕੰਢੇ ਤੇ ਹੈਗੇ ਆ। ਲਾਹੌਰ ਤੇ ਅੰਮ੍ਰਿਤਸਰ ਰਾਵੀ ਨਦੀ ਦੇ ਕੰਢੇ ਤੇ ਹੈਗੇ। ਇਹ ਸਭ ਕੁਝ ਤੁਸੀਂ ਯਾਦ ਰੱਖਣਾ ਹੈਗਾ। ਆਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਸੀ? ਜੂਨ 1665 ਈੜੀ ਨੂੰ ਕੀਤੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ। 1672 ਈਸਵੀ ਵਿੱਚ ਇਹ 6 ਸਾਲ ਪਟਨਾ ਵਿੱਚ ਗੁਜ਼ਾਰਨ ਤੋਂ ਬਾਅਦ ਇੱਥੇ ਆ ਗਏ ਤੇ ਇੱਥੇ ਆਪ ਨੇ ਸਿੱਖਿਆ ਪ੍ਰਾਪਤ ਕੀਤੀ। ਜਿਹੜੀ ਸਿੱਖਿਆ ਆਪ ਨੇ ਪ੍ਰਾਪਤ ਕੀਤੀ, ਪਹਿਲੇ ਨੰਬਰ ਤੇ ਗੁਰਮੁਖੀ ਸਿੱਖੀ, ਦੂਸਰੇ ਨੰਬਰ ਤੇ ਸੰਸਕ੍ਰਿਤ ਸਿੱਖੀ, ਤੀਸਰੇ ਨੰਬਰ ਤੇ ਅਰਬੀ ਤੇ ਫਾਰਸੀ ਉਸ ਸਮੇਂ ਬਹੁਤ ਪ੍ਰਚਲਿਤ ਸੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਅਰਬੀ ਤੇ ਫਾਰਸੀ ਵਿੱਚ ਕੁਝ ਸਿੱਖਿਆ ਪ੍ਰਾਪਤ ਕੀਤੀ ਸੀ। ਤੇ ਘੋੜਸਵਾਰੀ ਸਿੱਖੀ, ਘੋੜਸਵਾਰੀ ਤੇ ਸ਼ਸਤਰ ਵਿਦਿਆ। ਗੁਰਮੁਖੀ ਇਹਨਾਂ ਨੇ ਸਿੱਖੀ ਸੀ ਭਾਈ ਸਾਹਿਬ ਚੰਦ ਤੋਂ। ਇਹ ਤੁਸੀਂ ਯਾਦ ਰੱਖਣਾ ਹੈਗਾ, ਇਹ MCQ ਪੁੱਛੇ ਜਾ ਸਕਦੇ ਹਨ। ਭਾਈ ਸਾਹਿਬ ਚੰਦ। ਤੇ ਸੰਸਕ੍ਰਿਤ ਇਹਨਾਂ ਨੇ ਸਿੱਖੀ ਸੀ ਹਰਜਸ ਪੰਡਿਤ ਹਰਜਸ ਤੋਂ। ਤੇ ਅਰਬੀ ਫਾਰਸੀ ਸਿੱਖੀ ਸੀ ਇਹਨਾਂ ਨੇ ਕਾਜੀ ਪੀਰ ਮੁਹੰਮਦ ਤੋਂ। ਕਾਜੀ ਪੀਰ ਮੁਹੰਮਦ। ਤੇ ਘੋੜਸਵਾਰੀ ਤੇ ਸ਼ਸਤਰ ਵਿਦਿਆ ਇਹਨਾਂ ਨੇ ਪ੍ਰਾਪਤ ਕੀਤੀ ਸੀ ਰਾਜਪੂਤ ਬਜਰ ਸਿੰਘ ਤੋਂ। ਤੇ ਇਹ ਸਭ ਕੁਝ ਇਹਨਾਂ ਨੇ 1672 ਈਸਵੀ ਵਿੱਚ ਕੀਤਾ ਸੀਗਾ ਆਨੰਦਪੁਰ ਸਾਹਿਬ ਆ ਕੇ। ਉਸ ਤੋਂ ਬਾਅਦ ਜਦੋਂ ਆਪ 9 ਸਾਲ ਦੀ ਉਮਰ ਵਿੱਚ ਸੀਗੇ ਤਾਂ ਆਪ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਤੁਹਾਡੇ ਤੋਂ ਮਹਾਨ ਕੌਣ ਹੋ ਸਕਦਾ ਹੈ। ਜਦੋਂ ਕਸ਼ਮੀਰ ਦੇ ਹਿੰਦੂ ਤੰਗ ਹੋ ਕੇ ਇਹਨਾਂ ਕੋਲ ਮਦਦ ਲਈ ਆਏ ਸਨ ਔਰੰਗਜ਼ੇਬ ਤੋਂ, ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਕਿਸੇ ਮਹਾਪੁਰਸ਼ ਦੇ ਬਲੀਦਾਨ ਦੀ ਲੋੜ ਹੈ। ਤਾਂ ਕੋਲ ਹੀ ਗੁਰੂ ਗੋਬਿੰਦ ਦਾਸ ਜੀ ਬੈਠੇ ਸਨ। ਉਹਨਾਂ ਨੇ ਕਿਹਾ ਕਿ ਤੁਹਾਡੇ ਨਾਲੋਂ ਮਹਾਨ ਹੋਰ ਕੌਣ ਹੋ ਸਕਦਾ, ਤੁਸੀਂ ਕਿਉਂ ਨਹੀਂ ਸ਼ਹੀਦੀ ਦੇ ਦਿੰਦੇ। ਤਾਂ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਕੋਲ ਚਲਾ ਗਿਆ ਸੀ ਤੇ ਆਪਣੇ ਮਿੱਤਰਾਂ ਮਤੀ ਦਾਸ, ਸਤੀ ਦਾਸ ਤੇ ਭਾਈ ਦਇਆਲਾ ਜੀ ਨਾਲ, ਤੇ ਉਹਨਾਂ ਦੇ ਨਾਲ ਹੀ ਉਹਨਾਂ ਨੂੰ 11 ਨਵੰਬਰ 1675 ਈੜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਹੈ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸ਼੍ਰੀ ਗੁਰੂ ਉਹਨਾਂ ਦਾ ਜਿਹੜਾ ਸਿਰ ਸੀ ਉਹ ਇੱਕ ਸਿੱਖ ਲੈ ਕੇ ਆਏ ਸੀ ਜਿਨ੍ਹਾਂ ਨੂੰ ਭਾਈ ਜੈਂਤਾ ਜਾਂ ਜੀਵਨ ਸਿੰਘ ਵੀ ਕਿਹਾ ਜਾਂਦਾ ਸੀ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਕਾ ਬੇਟਾ ਕਿਹਾ ਸੀਗਾ। ਤੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ 9 ਸਾਲ ਦੀ ਉਮਰ ਵਿੱਚ ਆਪ ਗੱਦੀ ਤੇ ਬੈਠੇ ਸੀ 1675 ਈੜੀ ਵਿੱਚ, ਤੇ ਆਪ ਦਾ ਸ਼ਾਸਨ ਕਾਲ 1708 ਈੜੀ ਤੱਕ ਸੀ। ਇਹ ਤੁਸੀਂ ਯਾਦ ਰੱਖਣਾ ਹੈਗਾ। ਗੱਦੀ ਤੇ ਬੈਠਣ ਤੋਂ ਬਾਅਦ ਗੋਬਿੰਦ
ਦਾਸ ਜਾਂ ਗੋਬਿੰਦ ਰਾਏ ਨੇ ਸੈਨਾ ਦਾ ਸੰਗਠਨ ਕਰਨਾ ਸ਼ੁਰੂ ਕਰ ਦਿੱਤਾ। ਘੋੜੇ ਤੇ ਸ਼ਸਤਰ ਰੱਖਣ ਨੇ ਸ਼ੁਰੂ ਕਰ ਦਿੱਤੇ। ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਸਾਰੇ ਜੇ ਕੋਈ ਭੇਟ ਕਰਨਾ ਚਾਹੁੰਦੇ ਹਨ ਤਾਂ ਉਹ ਛੇਤੀ ਤੋਂ ਛੇਤੀ ਘੋੜੇ ਤੇ ਸ਼ਸਤਰ ਹੀ ਭੇਟ ਕਰਿਆ ਕਰਨ। ਤੇ ਇਸ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਜਿਨ੍ਹਾਂ ਦੇ 4 ਪੁੱਤਰ ਹਨ ਉਹਨਾਂ ਦੇ 2 ਪੁੱਤਰ ਗੁਰੂ ਸਾਹਿਬ ਦੀ ਸੈਨਾ ਵਿੱਚ ਭਰਤੀ ਕਰ ਦਿੱਤੇ ਜਾਣ। ਸੈਨਾ ਸੰਗਠਨ ਕਰਨ ਤੋਂ ਬਾਅਦ ਆਪ ਨੇ ਰਾਜਸੀ ਚਿੰਨ੍ਹ ਵੀ ਧਾਰਨ ਕੀਤੇ ਸੀ। ਰਾਜਸੀ ਚਿੰਨ੍ਹ ਧਾਰਨ ਕੀਤੇ ਸੀ ਆਪਨੇ। ਰਾਜਸੀ ਚਿੰਨ੍ਹ ਕਿਹੜੇ ਸੀਗੇ? ਆਪਨੇ ਸ਼ਸਤਰ ਧਾਰਨ ਕੀਤੇ ਸੀਗੇ, ਕਣਗੀ ਧਾਰਨ ਕੀਤੀ ਸੀਗੀ, ਦਸਤਾਰ ਧਾਰਨ ਕੀਤੇ ਸੀਗੇ। ਇਸ ਤੋਂ ਇਲਾਵਾ ਆਪਨੇ ਇੱਕ ਨਗਾਰਾ ਬਣਾਇਆ ਸੀ, ਰਣਜੀਤ ਨਗਾਰਾ। ਇਹ ਰਣਜੀਤ ਨਗਾਰਾ ਸੀ ਜਿਹੜਾ ਉਦੋਂ ਵੱਜਦਾ ਸੀ ਜਦੋਂ ਜਾਂ ਤਾਂ ਯੁੱਧ ਦੇ ਸਮੇਂ ਵੱਜਦਾ ਸੀ ਇਹ, ਜਾਂ ਲੰਗਰ ਪ੍ਰਸ਼ਾਦ ਦੇ ਸਮੇਂ, ਜਾਂ ਜਦੋਂ ਘਰੋਂ ਘੋੜਸਵਾਰੀ ਤੇ ਜਾਂ ਸ਼ਿਕਾਰ ਕਰਨ ਵੇਲੇ ਰਣਜੀਤ ਨਗਾਰੇ ਨੂੰ ਵਜਾਇਆ ਜਾਂਦਾ ਸੀਗਾ। ਰਾਜਸੀ ਚਿੰਨ੍ਹ ਗ੍ਰਹਿਣ ਕਰਨ ਤੋਂ ਬਾਅਦ ਗੋਬਿੰਦ ਰਾਏ ਨੂੰ ਨਾਹਨ ਤੋਂ ਸੱਦਾ ਆਇਆ ਸੀ। ਨਾਹਨ ਜਿਹੜਾ ਹੈਗਾ ਉਹ ਹਿਮਾਚਲ ਪ੍ਰਦੇਸ਼ ਵਿੱਚ ਹੈਗਾ। ਇੱਥੋਂ ਦਾ ਇੱਕ ਰਾਜਾ ਸੀਗਾ, ਉਸ ਰਾਜੇ ਦਾ ਨਾਮ ਸੀ ਮੇਦਨੀ ਪ੍ਰਕਾਸ਼। ਉਹਨਾਂ ਨੇ ਇਸ ਗੁਰੂ ਜੀ ਨੂੰ ਸੱਦਿਆ ਸੀ ਤੇ ਇੱਥੇ ਨਾਹਨ ਵਿੱਚ ਹੀ ਜਾ ਕੇ ਗੁਰੂ ਜੀ ਨੇ ਪਾਉਂਟਾ ਸਾਹਿਬ ਵਿੱਚ ਇੱਕ ਕਿਲ੍ਹਾ ਬਣਾਇਆ ਸੀ, ਜਿਹੜਾ ਕਿ ਬਾਅਦ ਵਿੱਚ ਸਿੱਖਾਂ ਦੀਆਂ ਸਰਗਰਮੀਆਂ ਕੇਂਦਰ ਬਣ ਗਿਆ ਸੀ। ਪਾਉਂਟਾ ਸਾਹਿਬ ਵਿੱਚ ਹੀ ਗੁਰੂ ਜੀ ਨੇ ਸਿੱਖਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਇੱਥੇ ਹੀ ਗੁਰੂ ਜੀ ਨੇ ਕਾਫੀ ਰਚਨਾਵਾਂ ਦੀ ਰਚਨਾ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਕਵੀ ਤੇ ਸਾਹਿਤਕਾਰ ਸੀਗੇ। ਉਹਨਾਂ ਨੇ ਕਾਫੀ ਰਚਨਾਵਾਂ ਦੀ ਰਚਨਾ ਕੀਤੀ ਸੀ। ਉਹਨਾਂ ਦੇ ਜਿਹੜੇ ਦਰਬਾਰ ਵਿੱਚ 52 ਕਵੀ ਰਹਿੰਦੇ ਸੀਗੇ। 52 ਕਵੀ, ਜਿਨ੍ਹਾਂ ਵਿੱਚੋਂ ਸੈਨਾਪਤ ਸੀ ਇੱਕ। ਇਸ ਨੇ ਇੱਕ ਗ੍ਰੰਥ ਲਿਖਿਆ ਸੀ ਸ਼੍ਰੀ ਗੁਰਸ਼ੋਭਾ, ਇਹ ਯਾਦ ਰੱਖਣਾ ਹੈਗਾ ਤੁਸੀਂ। ਇੱਕ ਸੀ ਨੰਦ ਲਾਲ ਦਾ ਵੀ ਇੱਕ ਗ੍ਰੰਥ ਮਿਲਦਾ ਹੈਗਾ, ਦੀਵਾਨ-ਏ ਗੋਆ। ਇਹ ਸਭ ਕੁਝ ਤੁਸੀਂ ਆਪਣੀ ਕਾਪੀ ਤੇ ਕੱਚੀ ਤੇ ਨੋਟਸ ਬਣਾ ਲਿਆ ਕਰੋ, ਬਾਅਦ ਵਿੱਚ ਤੁਹਾਨੂੰ ਯਾਦ ਕਰਨਾ ਸੌਖਾ ਹੋ ਜਾਵੇ। ਇਸ ਤੋਂ ਇਲਾਵਾ ਆਪ ਦੇ ਦਰਬਾਰ ਵਿੱਚ ਅਨੀ ਰਾਏ, ਉਦੇ ਰਾਏ, ਗੋਪਾਲ ਤੇ ਹੰਸ ਰਾਮ ਆਦਿ ਕਵੀ ਵੀ ਰਹਿੰਦੇ ਸੀਗੇ। ਟੋਟਲ ਕਿੰਨੇ ਕਵੀ ਸੀ? 52 ਕਵੀ ਸੀਗੇ। ਤੇ ਪਾਉਂਟਾ ਸਾਹਿਬ ਵਿੱਚ ਹੀ ਗੁਰੂ ਜੀ ਨੇ ਫੌਜ ਰੱਖਣੀ ਸ਼ੁਰੂ ਕਰ ਦਿੱਤੀ ਸੀ ਤੇ 500 ਪਠਾਰਾਂ ਨੂੰ ਵੀ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਭਰਤੀ ਕੀਤਾ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੇ ਸਾਹਿਤ ਸੀਗਾ ਉਹਨਾਂ ਨੇ ਇੱਥੇ ਹੀ ਰਚਿਤ ਕੀਤਾ ਸੀਗਾ। ਉਹਨਾਂ ਦੀ ਜਿਹੜੀ ਪਹਿਲੀ ਰਚਨਾ ਮਿਲਦੀ ਹੈਗੀ ਆ ਉਹ ਮਿਲਦੀ ਹੈ ਜਾਪ ਸਾਹਿਬ। ਜਿਹੜੀ ਜਾਪ ਸਾਹਿਬ ਹੈਗੀ ਆ ਉਹ ਦਸਮ ਗ੍ਰੰਥ ਦੀ ਕੇਂਦਰੀ ਬਾਣੀ ਮੰਨੀ ਜਾਂਦੀ ਹੈਗੀ ਆ ਤੇ ਇਸ ਵਿੱਚ 999 ਬੰਦ ਤੇ 22 ਛੰਦ ਹਨ। ਇਹ ਤੁਸੀਂ ਯਾਦ ਰੱਖਣਾ ਹੈਗਾ। ਕਿੰਨੇ ਛੰਦ ਹੈਗੇ ਆ? 22 ਛੰਦ ਹੈਗੇ, 199 ਬੰਦ ਹੈਗੇ ਆ। ਜਿਵੇਂ ਜਪਜੀ ਸਾਹਿਬ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਸੀ, ਉਹਨਾਂ ਨੂੰ ਉਸ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਤੇ ਇਸ ਨੂੰ ਦਸਮ ਗ੍ਰੰਥ ਦੀ ਕੁੰਜੀ ਕਿਹਾ ਜਾਂਦਾ ਹੈ, ਜਾਪ ਸਾਹਿਬ ਨੂੰ। ਤੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ? ਭਾਈ ਗੁਰਦਾਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ। ਜੇ ਗੁਰਬਾਣੀ ਦੀ ਕੁੰਜੀ ਪੁੱਛ ਲੈਣ ਤਾਂ ਜਪਜੀ ਸਾਹਿਬ ਨੂੰ ਕਿਹਾ ਜਾਂਦਾ ਹੈ। ਜੇ ਦਸਮ ਗ੍ਰੰਥ ਦੀ ਕੁੰਜੀ ਪੁੱਛ ਲੈਣ ਜਾਪ ਸਾਹਿਬ ਨੂੰ ਕਿਹਾ ਜਾਂਦਾ ਹੈ, ਕਿਉਂਕਿ ਕੇਂਦਰੀ ਵਿਸ਼ਾ ਹੈਗਾ ਇਹਦਾ। ਤੇ ਇਸ ਤੋਂ ਇਲਾਵਾ ਜੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਪੁੱਛ ਲੈਣ ਤਾਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ। ਉਹਨਾਂ ਦੀਆਂ ਵਾਰਾਂ ਜਿਹੜੀ ਪਹਿਲੀ ਤੇ 11ਵੀਂ ਹੈਗੀ ਆ ਉਹ ਤਾਂ ਬਹੁਤ ਹੀ ਜ਼ਿਆਦਾ ਇਤਿਹਾਸਕ ਮੰਨੀਆਂ ਜਾਂਦੀਆਂ ਹੈਗੀਆਂ। ਅਗਲੀ ਜਿਹੜੀ ਇਹਨਾਂ ਦੀ ਰਚਨਾ ਸੀ ਉਹ ਸੀ ਜਫਰਨਾਮਾ। ਗੁਰੂ ਗੋਬਿੰਦ ਸਿੰਘ ਜੀ ਕਾਫੀ ਵਿਦਵਾਨ ਪੁਰਸ਼ ਸੀਗੇ। ਇਹਨਾਂ ਨੂੰ ਸੰਸਕ੍ਰਿਤ, ਫਾਰਸੀ ਤੇ ਬਿਰਜ ਭਾਸ਼ਾ ਬਹੁਤ ਜ਼ਿਆਦਾ ਆਉਂਦੀ ਸੀ। ਜ਼ਿਆਦਾਤਰ ਇਹਨਾਂ ਦੀਆਂ ਰਚਨਾਵਾਂ ਬਿਰਜ ਭਾਸ਼ਾ ਵਿੱਚ ਮਿਲਦੀਆਂ ਹਨ। ਜਫਰਨਾਮਾ ਫਾਰਸੀ ਭਾਸ਼ਾ ਵਿੱਚ ਮਿਲਦਾ ਹੈਗਾ। ਇੱਕ ਚਿੱਠੀ ਸੀ ਜਿਹੜੀ ਕਿ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ ਤੇ ਇਹ ਦੀਨਾ ਕਾਂਗੜ ਤੋਂ ਲਿਖੀ ਗਈ ਸੀ।
ਦੀਨਾ ਕਾਂਗੜ ਨਾਮਕ ਸਥਾਨ ਤੇ ਬੈਠ ਕੇ ਗੁਰੂ ਜੀ ਨੇ ਇਹ ਚਿੱਠੀ ਲਿਖੀ ਸੀ। ਔਰੰਗਜ਼ੇਬ ਨੂੰ ਉਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਇਆ ਸੀ ਕਿ ਤੂੰ ਕਿੰਨਾ ਜ਼ਾਲਮ ਹੈਗਾ। ਕਹਿੰਦੇ ਹਨ ਕਿ ਜਦੋਂ ਚਿੱਠੀ ਪੜ੍ਹ ਲਈ ਸੀਗੀ ਔਰੰਗਜ਼ੇਬ ਨੇ ਤਾਂ ਉਹਦੇ ਦਿਮਾਗ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ। ਉਹਨੂੰ ਰਾਤ ਨੂੰ ਨੀਂਦ ਆਉਣੀ ਬੰਦ ਹੋ ਗਈ ਸੀ ਕਿ ਮੈਂ ਇੰਨਾ ਕਮੀਨਾ ਬੰਦਾ ਹੈਗਾ। ਅਗਲੀ ਜਿਹੜੀ ਇਹਨਾਂ ਦੀ ਵਾਰ ਸੀਗੀ ਉਹ ਸੀ ਚੰਡੀ ਦੀ ਵਾਰ। ਚੰਡੀ ਦੀ ਵਾਰ, ਚੰਡੀ ਦੀ ਵਾਰ ਉੱਤੇ ਦੁਆਬੀ ਦਾ ਪ੍ਰਭਾਵ ਮਿਲਦਾ ਹੈਗਾ। ਇਸ ਤੋਂ ਇਲਾਵਾ ਇਹ ਤ੍ਰੇਤਾ ਯੁੱਗ ਵਿੱਚ ਲਿਖੀ ਗਈ ਸੀ। ਤ੍ਰੇਤਾ ਆਪਣੇ 3-4 ਯੁੱਗ ਹੋਏ ਆ। ਇੱਕ ਪਹਿਲਾ ਸਤਯੁੱਗ ਹੋਇਆ ਸੀ, ਫਿਰ ਦ੍ਰਾਪਤ ਯੁੱਗ, ਫਿਰ ਤ੍ਰੇਤਾ ਯੁੱਗ ਤੇ ਫਿਰ ਕਲਯੁੱਗ ਚੱਲੀ ਜਾਂਦਾ ਹੁਣ। ਇਹ ਤ੍ਰੇਤਾ ਯੁੱਗ ਵਿੱਚ ਲਿਖੀ ਗਈ ਸੀ। ਮਿਥਿਹਾਸਕ ਕਹਾਣੀ ਹੈਗੀ ਹੈ ਇਸ ਵਿੱਚ। ਤੇ ਇਸ ਵਿੱਚ ਵੀਰ ਰਸੀ ਕਿਰਤਾ ਦਾ ਮਿਸ਼ਰਣ ਮਿਲਦਾ ਹੈਗਾ। ਤੇ ਇਸ ਦੇ ਪਹਿਲੀ ਜਿਹੜੀ ਪੌੜੀ ਹੈਗੀ ਆ ਉਹਦੇ ਵਿੱਚ 9 ਗੁਰੂ ਸਾਹਿਬਾਨਾਂ ਦੀ ਰਚਨਾ ਦਾ ਜ਼ਿਕਰ ਮਿਲਦਾ ਹੈਗਾ। 9 ਗੁਰੂ ਸਾਹਿਬ ਦੇ ਨਾਂ ਆਉਂਦੇ ਹਨ ਤੇ ਮਾਰਕੰਡੇ ਪੁਰਾਣ ਤੇ ਆਧਾਰਿਤ ਹੈਗੀ ਹੈ ਇਹ ਸਾਰੀਆਂ ਵਿਸ਼ੇਸ਼ਤਾਵਾਂ ਚੰਡੀ ਦੀ ਵਾਰ ਦੀਆਂ ਹਨ। ਇਸ ਨੂੰ ਪੰਜਾਬੀ ਦਾ ਸ਼ਾਹਨਾਮਾ ਵੀ ਕਿਹਾ ਜਾਂਦਾ ਹੈ। ਜੇ ਪੁੱਛ ਲੈਣ ਪੰਜਾਬੀ ਦਾ ਸ਼ਾਹਨਾਮਾ ਕਿਹੜੀ ਵਾਰ ਹੈਗੀ ਆ ਤਾਂ ਉਹ ਚੰਡੀ ਦੀ ਵਾਰ ਹੈਗੀ ਹੈ। ਸ਼ਾਹਨਾਮਾ ਕਿਹਾ ਜਾਂਦਾ ਪੰਜਾਬੀ ਦਾ ਸ਼ਾਹਨਾਮਾ ਚੰਡੀ ਦੀ ਵਾਰ ਨੂੰ। ਅਗਲੀ ਜਿਹੜੀ ਇਹਨਾਂ ਦੀ ਰਚਨਾ ਸੀ ਉਹ ਸੀ ਅਕਾਲ ਉਸਤਤ। ਅਕਾਲ ਉਸਤਤ ਵਿੱਚ ਪ੍ਰਮਾਤਮਾ ਦੇ ਵੱਖ-ਵੱਖ ਸਰੂਪਾਂ ਦਾ ਵਰਣਨ ਕੀਤਾ ਗਿਆ ਹੈ। ਜਾਪ ਸਾਹਿਬ ਵਿੱਚ ਵੀ ਅਕਾਲ ਪੁਰਖ ਦੇ ਸਰੂਪਾਂ ਦਾ ਵਰਣਨ ਕੀਤਾ ਗਿਆ। ਇਹਨਾਂ ਦੋਨਾਂ ਬਾਣੀਆਂ ਵਿੱਚ ਜਾਪ ਸਾਹਿਬ ਤੇ ਅਕਾਲ ਉਸਤਤ ਵਿੱਚ ਦੋਨਾਂ ਵਿੱਚ ਹੀ ਅਕਾਲ ਪੁਰਖ ਦੀ ਉਸਤਤ ਬਹੁਤ ਜ਼ਿਆਦਾ ਕੀਤੀ ਗਈ ਹੈਗੀ ਆ। ਇਸ ਤੋਂ ਇਲਾਵਾ ਆਪ ਨੇ ਖਿਆਲਾਂ ਦੀ ਰਚਨਾ ਕੀਤੀ। ਖਿਆਲ ਜਿਵੇਂ ਮਿੱਤਰ ਪਿਆਰੇ ਨੂੰ, ਮਾਛੀਵਾੜਾ ਜੰਗਲਾਂ ਵਿੱਚ ਇਹਨਾਂ ਨੇ ਲਿਖਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਉਹਨਾਂ ਨੇ ਹੀਰ ਦੇ ਅੰਦਰ ਬਹਿ ਕੇ ਰਾਂਝੇ ਨੂੰ ਇਹ ਪ੍ਰਗਟ ਕੀਤਾ ਸੀਗਾ ਇਸਤਰੀ ਰੂਪ ਵਿੱਚ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਲੀ ਰਚਨਾ ਬਚਿੱਤਰ ਨਾਟਕ। ਬਚਿੱਤਰ ਨਾਟਕ ਨੂੰ ਆਤਮ ਕਥਾ ਮੰਨਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਤੇ ਇਸ ਵਿੱਚ ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਬਾਅਦ ਵਿੱਚ ਜਿਹੜੇ ਪਹਾੜੀ ਰਾਜੇ ਹੋਏ ਸੀਗੇ ਉਹਨਾਂ ਨਾਲ ਹੋਈਆਂ ਜਿਹੜੀਆਂ ਘਟਨਾਵਾਂ ਸੀ ਉਹਨਾਂ ਨੂੰ ਅੰਕਿਤ ਕੀਤਾ ਹੈਗਾ। ਅਗਲੀ ਜਿਹੜੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲਦੀ ਹੈ ਉਹ ਹੈ ਗਿਆਨ ਪ੍ਰਬੋਧ। ਇਹ ਸਾਰੀਆਂ ਬਿਰਜ ਭਾਸ਼ਾ ਵਿੱਚ ਜ਼ਿਆਦਾਤਰ ਮਿਲਦੀਆਂ ਹੈਗੀਆਂ। ਫਿਰ ਉਹਨਾਂ ਨੇ ਲਿਖਿਆ ਸੀ ਹਕਾਇਤਾਂ ਫਾਰਸੀ ਭਾਸ਼ਾ ਵਿੱਚ। ਇਹ ਫਾਰਸੀ ਭਾਸ਼ਾ ਵਿੱਚ ਮਿਲਦੀਆਂ ਹਕਾਇਤਾਂ। ਇਸ ਤੋਂ ਇਲਾਵਾ ਇਹਨਾਂ ਨੇ ਚੰਡੀ ਚਰਿਤ ਉਕਤ ਬਿਲਾਸ ਦੀ ਰਚਨਾ ਕੀਤੀ ਸੀ। ਉਹ ਚੰਡੀ ਦੀ ਵਾਰ ਸੀ। ਚੰਡੀ ਚਰਿਤ ਉਕਤ ਬਿਲਾਸ ਦੀ ਰਚਨਾ ਕੀਤੀ ਸੀ। ਇਸ ਤੋਂ ਇਲਾਵਾ ਇਹਨਾਂ ਨੇ ਸਵਈਏ ਸ਼ਬਦ, ਸਵਈਏ ਤੇ ਦਸਮ ਗ੍ਰੰਥ ਦੀ ਰਚਨਾ ਕੀਤੀ। ਦਸਮ ਗ੍ਰੰਥ ਤੁਹਾਨੂੰ ਪਤਾ ਹੈਗਾ ਭਾਈ ਮਨੀ ਸਿੰਘ ਨੇ ਲਿਖਿਆ ਸੀ 1721 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਇਆ ਸੀ। ਦਸਮ ਗ੍ਰੰਥ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਾਫੀ ਬਾਣੀ ਦਾ ਪਤਾ ਲੱਗਦਾ ਹੈਗਾ। ਦਸਮ ਗ੍ਰੰਥ ਦੀ ਜਿਹੜੀ ਪਹਿਲੀ ਬਾਣੀ ਹੈਗੀ ਆ ਉਹ ਜਾਪ ਸਾਹਿਬ ਹੈਗੀ ਆ। ਇਹ ਤੁਸੀਂ ਯਾਦ ਰੱਖਣਾ ਹੈਗਾ। ਤੇ ਇਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਕਵੀ ਸੀਗੇ ਤੇ ਰਚੇਤਾ ਸੀਗੇ। ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਇਤਿਹਾਸ ਵਿੱਚ ਇਹਨਾਂ ਨੂੰ ਕਲਗੀਧਰ ਵੀ ਕਿਹਾ ਜਾਂਦਾ ਹੈਗਾ। ਇੱਕ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਲਗੀਧਰ ਤੋਂ। ਇਹਨਾਂ ਨੇ ਕਲਗੀ ਧਾਰਨ ਕੀਤੀ ਸੀ। ਇੱਕ ਇਸਤਰੀ ਸੀਗੀ, ਸ਼ਾਇਦ ਸਾਡੇ ਪਿੰਡ ਤੋਂ ਹੀ ਸੀਗੀ ਤੇ ਉਸਦਾ ਨਿਊ ਮੈਰਿਜ ਹੋਈ ਸੀਗੀ। ਤੇ ਜਦੋਂ ਉਸਦਾ ਪਤੀ ਬਾਹਰ ਉੱਠ ਗਿਆ ਤਾਂ ਉਹ ਪੁੱਛਣ ਲੱਗ ਗਈ ਕਿ ਮੇਰਾ ਕਲਗੀਆਂ ਵਾਲਾ ਕਿੱਧਰ ਗਿਆ ਹੈਗਾ। ਤਾਂ ਉਹਨਾਂ ਦੇ ਘਰ ਦੇ ਹੱਸਣ ਲੱਗ ਪਏ। ਉਹ ਕਹਿੰਦੇ ਕਲਗੀਆਂ ਵਾਲਾ ਨਹੀਂ ਕਹੀਦਾ ਹੁੰਦਾ, ਕਿਉਂਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਸੀ। ਉਹ ਕਹਿੰਦੀ ਮੈਂ ਆਖਿਆ ਕਿਤੇ ਪਤੀ ਨੂੰ ਹੀ ਕਲਗੀ ਵਾਲਾ ਕਿਹਾ ਜਾਂਦਾ ਹੈਗਾ। ਇਸ ਤੋਂ ਇਲਾਵਾ ਜਿਹੜਾ ਸਰਸੇ ਵਾਲਾ ਬਾਬਾ ਸੀਗਾ ਰਾਮ ਰਹੀਮ, ਉਸਨੇ ਵੀ ਕਲਗੀ ਧਾਰਨ ਕਰ ਲਈ ਸੀ, ਜਿਸ ਕਰਕੇ ਸਿੱਖਾਂ ਵਿੱਚ ਵਿਦਰੋਹ ਪੈਦਾ ਹੋ ਗਿਆ ਸੀ ਤੇ ਉਸ ਦਾ ਬਹੁਤ ਜ਼ਿਆਦਾ ਸਖਤ ਵਿਰੋਧ ਕੀਤਾ ਗਿਆ ਸੀ। ਤੇ ਗੁਰੂ ਗੋਬਿੰਦ ਸਿੰਘ ਨੂੰ ਕਲਗੀਧਰ ਕਿਹਾ ਜਾਂਦਾ ਹੈਗਾ। ਇਸ ਤੋਂ ਇਲਾਵਾ ਰਚਨਾਵਾਂ ਤੇ ਕਵੀ ਤੇ ਮਹਾਨ
ਪੁਸਤਕਾਰ ਸਨ। ਇਸ ਤੋਂ ਬਾਅਦ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਖਾਲਸਾ ਦੀ ਸਥਾਪਨਾ ਆਪ ਨੇ 30 ਮਾਰਚ 1699 ਈੜੀ ਨੂੰ ਕੀਤੀ ਸੀ। ਕਿੱਥੇ ਕੀਤੀ ਸੀਗੀ? ਤੁਸੀਂ ਆਖੋਗੇ ਕਿ ਇਸ ਦੀ ਸਥਾਪਨਾ ਤਾਂ 13 ਅਪ੍ਰੈਲ ਨੂੰ ਕੀਤੀ ਸੀ, ਪਰੰਤੂ ਇਸ ਦੀ ਸਹੀ ਸਥਾਪਨਾ ਜਿਹੜੀ ਹੈਗੀ ਆ ਉਹ 30 ਮਾਰਚ ਨੂੰ ਹੋਈ ਸੀ, ਕਿਉਂਕਿ 1752 ਈੜੀ ਵਿੱਚ ਅੰਗਰੇਜ਼ਾਂ ਨੇ ਇੱਕ ਕੈਲੰਡਰ ਸ਼ੁਰੂ ਕੀਤਾ ਸੀ, ਗਗੋਰੀਅਨ ਕੈਲੰਡਰ। ਉਹਦੇ ਆਧਾਰ ਤੇ 12 ਦਿਨ ਹੋਰ ਵੱਧ ਗਏ, ਜਿਸ ਕਰਕੇ ਹੁਣ ਇਸ ਦੀ ਸਥਾਪਨਾ ਕਦੋਂ ਹੋ ਗਈ? 13 ਅਪ੍ਰੈਲ ਨੂੰ ਹੋ ਗਈ। ਪਰੰਤੂ ਜੇ ਆਪਸ਼ਨਾਂ ਵਿੱਚ ਤੁਹਾਨੂੰ 30 ਮਾਰਚ ਵੀ ਲਿਖਿਆ ਹੋਇਆ, ਉਹ ਵੀ ਕਰੈਕਟ ਹੋਵੇਗਾ। ਤਾਂ ਖਾਲਸਾ ਪੰਥ ਦੀ ਸਥਾਪਨਾ 13 ਅਪ੍ਰੈਲ 1699 ਈਸਵੀ ਨੂੰ ਵੀ ਹੋਈ ਸੀ ਤੇ 30 ਮਾਰਚ 1699 ਈਸਵੀ ਨੂੰ। ਇਹ ਦੋਵੇਂ ਆਪਸ਼ਨਾਂ ਹੀ ਸਹੀ ਹੈਗੀਆਂ। ਤੇ ਇਸ ਦੀ ਸਥਾਪਨਾ ਕਿੱਥੇ ਹੋਈ ਸੀ? ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਹੋਈ ਸੀ। ਉੱਥੇ 1,80,000 ਸਿੱਖ ਇਕੱਠੇ ਹੋਏ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਤਲਵਾਰ ਕੱਢ ਕੇ ਕਿਹਾ ਸੀ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ, 5 ਸਿਰਾਂ ਦੀ ਲੋੜ ਹੈਗੀ ਆ, ਮੈਂ ਬਲੀਦਾਨ ਕਰਨਾ ਚਾਹੁੰਦਾ ਹੈਗਾ ਉਹਨਾਂ ਦਾ ਸਿੱਖ ਧਰਮ ਦੇ ਲਈ। ਤਾਂ ਸਾਰੇ ਸਹਿਮ ਗਏ, ਪਰੰਤੂ ਭਾਈ ਦਿਆਲ ਸਿੰਘ ਸਾਹਮਣੇ ਆਏ ਆਪਣਾ ਸਿਰ ਦੇਣ ਦੇ ਲਈ। ਭਾਈ ਦਿਆ ਰਾਮ ਜੀ ਪਹਿਲੇ ਪਿਆਰੇ ਬਣੇ। ਦੂਸਰੇ ਸੀਗੇ ਭਾਈ ਧਰਮਦਾਸ ਜੀ। ਤੀਸਰੇ ਸੀਗੇ ਭਾਈ ਮੋਹਕਮ ਕਰਮਵਾਰ ਹੈਗੇ ਇਹ, ਮੋਹਕਮ ਚੰਦ ਜੀ। ਤੇ ਚੌਥੇ ਸੀਗੇ ਭਾਈ ਸਾਹਿਬ ਚੰਦ ਜੀ। ਇਹ 5 ਪਿਆਰੇ ਯਾਦ ਰੱਖੋ। ਤੇ ਅਖੀਰਲੇ ਸੀ ਭਾਈ ਹਿੰਮਤ ਰਾਏ ਜੀ। ਇਹ 5 ਪਿਆਰੇ ਆਏ ਤੇ ਇਹਨਾਂ ਨੂੰ 5 ਪਿਆਰੇ ਖੰਡੇ ਦੇ ਪੌਲ ਤੋਂ ਬਾਅਦ ਇਹਨਾਂ ਨੇ 5 ਪਿਆਰੇ ਘੋਸ਼ਿਤ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਜਿਹੜੇ ਖਾਲਸਾ ਪੰਥ ਸੀ ਉਸ ਦੀ ਸਿਧਾਂਤ ਵੀ ਸੀਗੇ। ਸਿਧਾਂਤ ਤਾਂ ਤੁਹਾਨੂੰ ਪਤਾ ਹੀ ਹੋਣਗੇ। ਸਭ ਤੋਂ ਪਹਿਲਾਂ ਇਸ ਵਿੱਚ ਸ਼ਾਮਲ ਹੋਣ ਲਈ ਖਾਲਸਾ ਪੰਥ ਵਿੱਚ ਕੀ ਕਰਨਾ ਪੈਂਦਾ ਸੀ? ਖੰਡੇ ਦਾ ਪੌਲ ਜਿਹੜੇ 2 ਧਾਰੀ ਖੰਡੇ ਨਾਲ ਤਿਆਰ ਕੀਤਾ ਗਿਆ ਸੀ ਉਹ ਛਕਣਾ ਪੈਂਦਾ ਸੀ। ਫਿਰ ਇਸ ਵਿੱਚ 5 ਕਕਾਰ ਧਾਰਨ ਕਰਨੇ ਪੈਂਦੇ ਸੀਗੇ, ਜਿਵੇਂ ਕੇਸ, ਕੰਘਾ, ਕੜਾ ਤੇ ਕਛਹਿਰਾ ਤੇ ਕਿਰਪਾਨ। ਫਿਰ ਉਸ ਤੋਂ ਬਾਅਦ ਜਿਹੜਾ ਤਾਂ ਬੰਦਾ ਹੁੰਦਾ ਸੀ, ਉਹ ਆਦਮੀ ਹੁੰਦਾ ਸੀ, ਉਸਨੂੰ ਸਿੰਘ ਤੇ ਔਰਤ ਨੂੰ ਕੌਰ ਧਾਰਨ ਕਰਨਾ ਪੈਂਦਾ ਸੀ, ਆਪਣੇ ਨਾਂ ਦੇ ਪਿੱਛੇ ਲਗਾਉਣਾ ਪੈਂਦਾ ਸੀ। ਤੇ ਉਸ ਤੋਂ ਬਾਅਦ ਹੋਰ ਕੀ ਕੀਤਾ ਜਾਂਦਾ ਸੀ? ਕੋਈ ਨਸ਼ੀਲੀ ਵਸਤੂ ਦਾ ਪ੍ਰਯੋਗ ਨਹੀਂ ਕਰਨਾ। ਸੁਬਾਹ ਉੱਠ ਕੇ ਸਿੱਖ ਨੇ ਕੀ ਕਰਨਾ ਹੈਗਾ? ਅੰਮ੍ਰਿਤ ਨੇਮ ਕਰਨਾ ਹੈਗਾ, ਕਿਸੇ ਵੀ ਬਾਣੀ ਨੂੰ ਪੜ੍ਹਨਾ ਹੈਗਾ, ਖਾਸ ਕਰਕੇ ਜਪਜੀ ਸਾਹਿਬ ਪੜ੍ਹ ਲਏ ਤਾਂ ਬਹੁਤ ਚੰਗਾ ਹੁੰਦਾ ਸੀ। ਤੇ ਕਿਸੇ ਪਰਾਈ ਇਸਤਰੀ ਦਾ ਗਮਨ ਨਹੀਂ ਕਰਨਾ ਤੇ ਆਪਣੀ ਆਮਦਨ ਮਿਹਨਤ ਕਰਨੀ ਸੀ ਤੇ ਆਮਦਨ ਦਾ 10ਵਾਂ ਹਿੱਸਾ ਦਸਵੰਧ ਦੇ ਰੂਪ ਵਿੱਚ ਜਮ੍ਹਾਂ ਕਰਵਾਉਣਾ ਸੀ। ਇਹ ਸਾਰੇ ਸਿਧਾਂਤ ਖਾਲਸਾ ਪੰਥ ਦੇ ਸੀਗੇ। ਤੇ ਖਾਲਸਾ ਪੰਥ ਦੇ ਕੀ ਕਾਰਨ ਸੀ ਸਥਾਪਨਾ ਕਰਨ ਦੇ? ਇਸ ਦੇ ਜਿਹੜੇ ਕਾਰਨ ਸੀਗੇ ਉਹ ਕਈ ਸੀਗੇ, ਜਿਵੇਂ ਮੁਗਲਾਂ ਦਾ ਅਤਿਆਚਾਰ ਸੀਗਾ, ਹੋਰ ਸਿੱਖਾਂ ਦੀ ਸੰਖਿਆ ਵੱਧਦੀ ਜਾ ਰਹੀ ਸੀਗੀ ਤੇ ਉਹਨਾਂ ਨੂੰ ਕੰਮ ਧੰਦੇ ਤੇ ਲਾਉਣਾ ਸੀਗਾ, ਇੱਕ ਕੌਮ ਬਣਾਉਣੀ ਸੀਗੀ। ਇੱਕ ਉਸ ਸਮੇਂ ਪਹਾੜੀ ਰਾਜੇ ਬਹੁਤ ਤੰਗ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਤੇ ਇਸ ਤੋਂ ਇਲਾਵਾ ਮਸੰਦ ਪ੍ਰਥਾ ਵੀ ਇਸ ਦਾ ਇੱਕ ਕਾਰਨ ਸੀ, ਉਹ ਵੀ ਭ੍ਰਿਸ਼ਟਾਚਾਰਕ ਹੋ ਚੁੱਕੇ ਸਨ। ਇਸ ਤੋਂ ਇਲਾਵਾ ਗੁਰਗੱਦੀ ਜਿੱਦੀ ਹੋਣਾ ਵੀ ਇੱਕ ਕਾਰਨ ਸੀ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਨੂੰ ਵੰਸ਼ ਵਿੱਚ ਚਲਾ ਦਿੱਤਾ ਸੀ, ਉਹ ਵੀ ਇੱਕ ਕਾਰਨ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਸੀਗੇ। ਤੇ ਖਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਤੇ ਸਿਧਾਂਤ ਤੋਂ ਬਾਅਦ ਇਸ ਦਾ ਮਹੱਤਵ ਬਾਰੇ ਵੀ ਆਪਾਂ ਜਾਣਕਾਰੀ ਲੈਂਦੇ ਹਾਂ। ਇਸ ਦਾ ਮਹੱਤਵ ਇਹ ਨਿਕਲਿਆ, ਪ੍ਰਭਾਵ ਇਹ ਨਿਕਲਿਆ ਕਿ ਇਸ ਨਾਲ ਸਿੱਖਾਂ ਵਿੱਚ ਏਕਤਾ ਆ ਗਈ, ਸਿੱਖ ਸ਼ਕਤੀ ਵਧਣ ਲੱਗੀ, ਸਿੱਖ ਰਾਜਨੀਤਿਕ ਸ਼ਕਤੀ ਦੇ ਰੂਪ ਵਿੱਚ ਉੱਭਰਨ ਲੱਗ ਪਏ, ਬਹੁਤ ਜ਼ਿਆਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ, ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਆ ਗਿਆ ਤੇ ਮੁਗਲਾਂ ਟਾਕਰਾ ਕਰਨਾ ਉਹਨਾਂ ਲਈ ਵਧੀਆ ਹੋ ਗਿਆ ਤੇ ਨੀਵੀਂ ਜਾਤੀ ਦੇ ਲੋਕ ਵੀ ਸਿੱਖ ਧਰਮ ਵਿੱਚ ਜੁੜਨ ਲੱਗ ਗਏ। ਇਹ ਖਾਲਸਾ ਪੰਥ ਦੀ ਸਥਾਪਨਾ ਕਾਰਨ ਸਿਧਾਂਤ ਤੇ ਪ੍ਰਭਾਵ ਸੀਗੇ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਲੜਾਈਆਂ ਲੜੀਆਂ ਸੀ, ਉਹਨਾਂ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰ ਲੈਂਦੇ ਹੈਗੇ ਹਾਂ। ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈਗਾ। ਇੱਕ ਤਾਂ ਪੂਰਬ ਖਾਲਸਾ ਕਾਲ ਦੀਆਂ ਜਿੱਤਾਂ, ਪੂਰਬ ਖਾਲਸਾ ਕਾਲ
ਦੀਆਂ ਲੜਾਈਆਂ ਹੋ ਗਈਆਂ। ਇਹ ਕਾਲ ਸੀਗਾ 1675 ਤੋਂ ਲੈ ਕੇ 1699 ਏਡੀ ਤੱਕ, ਜਦੋਂ ਤੱਕ ਖਾਲਸਾ ਪੰਥ ਦੀ ਸਥਾਪਨਾ ਨਹੀਂ ਹੋਈ ਸੀ। ਇਸ ਕਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪਹਿਲੀ ਲੜਾਈ ਹੋਈ ਸੀ ਉਹ ਸੀ ਭਗਾਣੀ ਦੀ ਲੜਾਈ। ਇਹ ਲੜਾਈ ਕਦੋਂ ਹੋਈ ਸੀ, ਡੇਟਾਂ ਡੂਟਾਂ ਤੁਸੀਂ ਯਾਦ ਰੱਖਣੀਆਂ ਹੈਗੀਆਂ। ਇਹ ਲੜਾਈ ਹੋਈ ਸੀ 22 ਸਤੰਬਰ ਨੂੰ, ਦਸੰਬਰ ਨੂੰ ਨਹੀਂ, ਸਤੰਬਰ ਨੂੰ 1688 ਈੜੀ ਨੂੰ। ਇਹ ਪਹਾੜੀ ਰਾਜਿਆਂ ਦੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ ਹੋਈ ਸੀ ਤੇ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਪੀਰ ਬੁੱਧੂ ਸ਼ਾਹ ਨੇ ਕੀਤਾ ਸੀ। ਪੀਰ ਬੁੱਧੂ ਸ਼ਾਹ ਸੰਡੋਰਾ ਦਾ ਸ਼ਾਸਕ ਸੀ, ਸੰਡੋਰਾ ਦਾ ਰਹਿਣ ਵਾਲਾ ਸੀ। ਬਾਅਦ ਵਿੱਚ ਸੰਡੋਰਾ ਦੇ ਸ਼ਾਸਕ ਨੂੰ ਜਦੋਂ ਪਤਾ ਲੱਗਿਆ ਤੇ ਇਹਨੂੰ ਤਸੀਹੇ ਨਾਲ ਸ਼ਹੀਦ ਕਰਤਾ। ਪੀਰ ਬੁੱਧੂ ਸ਼ਾਹ ਨੇ ਆਪਦੇ 4 ਪੁੱਤਰਾਂ ਤੇ 700 ਸੈਨਿਕਾਂ ਨਾਲ ਗੁਰੂ ਜੀ ਨੂੰ ਇਸ ਲੜਾਈ ਵਿੱਚ ਸਹਾਇਤਾ ਦਿੱਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਲੜਾਈ ਸਫਲਤਾ ਨਾਲ ਜਿੱਤ ਗਏ ਸੀ। ਦੂਸਰੀ ਜਿਹੜੀ ਲੜਾਈ ਸੀ ਪੂਰਵ ਖਾਲਸਾ ਕਾਲ ਦੀ, ਉਹ ਸੀ ਨਦੌਣ ਦੀ ਲੜਾਈ। ਨਦੌਣ ਦੀ ਲੜਾਈ ਜਿਹੜੀ ਸੀਗੀ ਉਸ ਦਾ ਕਾਲ 20 ਮਾਰਚ 1690 ਈੜੀ ਸੀ। ਇਹ ਵੀ ਪਹਾੜੀ ਰਾਜਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਈ ਸੀ। ਇਸ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਫਲਤਾ ਪ੍ਰਾਪਤ ਹੋਈ ਸੀ। ਇਹ ਦੋ ਲੜਾਈਆਂ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈਗੀਆਂ ਪੂਰਵ ਖਾਲਸਾ ਕਾਲ ਦੀਆਂ। ਇਸ ਤੋਂ ਇਲਾਵਾ ਜਿਹੜੀਆਂ ਉੱਤਰ ਖਾਲਸਾ ਕਾਲ ਦੀਆਂ, ਇਸ ਤੋਂ ਇਲਾਵਾ ਵੀ ਪੂਰਵ ਖਾਲਸਾ ਕਾਲ ਦੀਆਂ ਕਈ ਛੋਟੀਆਂ-ਛੋਟੀਆਂ ਲੜੀਆਂ ਗਈਆਂ ਜਿਹੜੀਆਂ ਕਿ ਇੰਪੋਰਟੈਂਟ ਨਹੀਂ ਰੱਖਦੀਆਂ ਆਪਣੇ ਲਈ। ਹੁਣ ਆਪਾਂ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਬਾਰੇ ਗੱਲ ਕਰ ਲੈਂਦੇ ਹਾਂ। ਗੁਰੂ ਗੋਬਿੰਦ ਸਿੰਘ ਜੀ, ਇਹਦਾ ਕਾਲ ਕਦੋਂ ਸੀ? 1699 ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੱਕ ਸੀ, 1708 ਈੜੀ ਤੱਕ। ਤੇ ਇਹਦੇ ਵਿੱਚ ਜਿਹੜੀ ਪਹਿਲੀ ਲੜਾਈ ਹੋਈ ਸੀ ਉਹ ਸੀ ਅਨੰਦਪੁਰ ਸਾਹਿਬ ਦੀ। ਅਨੰਦਪੁਰ ਤੁਹਾਨੂੰ ਪਤਾ ਹੀ ਹੈ, ਸਤਲੁਜ ਨਦੀ ਦੇ ਕੰਢੇ ਤੇ ਹੈਗਾ। ਗੁਰੂ ਤੇਗ ਬਹਾਦਰ ਜੀ ਨੇ ਇਹ ਨਗਰ ਵਸਾਇਆ ਸੀ। ਅਨੰਦਪੁਰ ਦੀ ਪਹਿਲੀ ਲੜਾਈ, ਇਹ ਲੜਾਈ ਕਦੋਂ ਹੋਈ ਸੀ? ਇਹ ਲੜਾਈ ਹੋਈ ਸੀ 1701 ਈੜੀ ਨੂੰ। ਇਹ ਪਹਾੜੀ ਰਾਜਿਆਂ ਤੇ ਮੁਗਲ ਰਲ ਗਏ ਸੀ ਆਪਸ ਵਿੱਚ ਦੀ ਤੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ ਹੋਈ ਸੀ। ਦੂਸਰੀ ਲੜਾਈ ਹੋਈ ਸੀ ਜਿਹੜੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ ਸੀ, ਇਹ ਲੜਾਈ ਹੋਈ ਸੀ 1704 ਈੜੀ ਨੂੰ। ਇਹ ਵੀ ਪਹਾੜੀ ਰਾਜਾ ਮੁਗਲਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਈ ਸੀ। ਪਹਾੜੀ ਰਾਜੇ ਮੁਗਲਾਂ ਨਾਲ ਮਿਲ ਜਾਂਦੇ ਸੀਗੇ ਤੇ ਗੁਰੂ ਗੋਬਿੰਦ ਸਿੰਘ ਨੂੰ ਤੰਗ ਕਰਦੇ ਸੀਗੇ ਤੇ ਇਸ ਲੜਾਈ ਵਿੱਚ 14 ਸਿੱਖ ਜਿਹੜੇ ਸੀਗੇ ਉਹ ਬੇਦਾਵਾ ਲਿਖ ਕੇ ਚਲੇ ਗਏ ਸੀਗੇ, ਘਰੇ ਪਹੁੰਚ ਗਏ ਸੀ ਆਪਦੇ। ਕਹਿੰਦੇ ਅਸੀਂ ਨਹੀਂ ਤੁਹਾਡੇ ਨਾਲ ਲੜਿਆ ਕਰਦੇ, ਤੁਹਾਡੀ ਸੈਨਾ ਵਿੱਚ ਨਹੀਂ ਅਸੀਂ ਲੜਿਆ ਕਰਦੇ। ਫਿਰ ਉੱਥੇ ਜਾ ਕੇ ਉਹਨਾਂ ਦੇ ਘਰਾਂ ਵਾਲੀਆਂ ਉਹਨਾਂ ਨੂੰ ਲੜੀਆਂ। ਉਹ ਕਹਿੰਦੀਆਂ ਜੇ ਤੁਸੀਂ ਨਹੀਂ ਸਾਥ ਦੇਣਾ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਤੁਸੀਂ ਚੂੜੀਆਂ ਪਾ ਲਓ, ਅਸੀਂ ਜਾਂਦੀਆਂ ਹੈਗੀਆਂ ਲੜਾਈ ਲੜਨ। ਤਾਂ ਇਹ ਸ਼ਰਮਿੰਦੇ ਹੋਏ ਫਿਰ ਗੁਰੂ ਜੀ ਦੇ ਫੌਜ ਵਿੱਚ ਭਰਤੀ ਹੋ ਗਏ ਤੇ ਬਾਅਦ ਵਿੱਚ ਜਦੋਂ ਖਦਰਾਣਾ ਦੀ ਲੜਾਈ ਹੋਈ ਸੀ ਉਦੋਂ ਸ਼ਹੀਦ ਹੋ ਗਏ, ਜਿਨ੍ਹਾਂ ਨੂੰ 40 ਮੁਕਤੇ ਕਿਹਾ ਜਾਂਦਾ ਸੀ। ਤੇ ਇਸੇ ਦੇ ਨਾਂ ਤੇ ਹੀ ਸ਼੍ਰੀ ਮੁਕਤਸਰ ਸਾਹਿਬ ਨਾਂ ਪਿਆ ਸੀ, ਜਿਹੜਾ ਕਿ ਸਾਡੇ ਪਿੰਡ ਦਾ ਜ਼ਿਲ੍ਹਾ ਹੈਗਾ ਮੁਕਤਸਰ ਸਾਹਿਬ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈੜੀ ਨੂੰ ਹੋਈ ਸੀ। ਇਹਦੇ ਵਿੱਚ 40 ਸਿੱਖ ਬੇਦਾਵਾ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਚਲੇ ਗਏ ਸੀ। ਅਗਲੀ ਲੜਾਈ ਜਿਹੜੀ ਹੋਈ ਸੀ ਉਹ ਹੋਈ ਸੀ ਚਮਕੌਰ ਦੀ ਲੜਾਈ। ਚਮਕੌਰ ਦੀ ਲੜਾਈ ਹੋਈ ਸੀ ਜਿਹੜੀ, ਇਹ ਹੋਈ ਸੀ 22 ਦਸੰਬਰ, ਡੇਟਾਂ ਯਾਦ ਰੱਖਣੀਆਂ ਗੀਆਂ। 22 ਦਸੰਬਰ 1704 ਈੜੀ ਨੂੰ, ਪੂਰੀ ਪੱਕੀ ਡੇਟ ਹੈਗੀ ਹੈ।